ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਪਵਿੱਤਰ ਸਥਾਨ, ਜਨਮ ਸਥਾਨ ਗੁਰਦੁਆਰਾ ਕੱਥੂ ਨੰਗਲ ਮਜੀਠਾ ਅੰਮ੍ਰਿਤਸਰ ਦੀ ਉਹ ਪਵਿੱਤਰ ਧਰਤੀ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 1506 ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ ਅਤੇ 125 ਸਾਲ ਦੀ ਉਮਰ ਭੋਗ ਕੇ ਉਹ ਇਸ ਧਰਤੀ ਤੋਂ ਅਕਾਲ ਚਲਾਣਾ ਕਰਕੇ ਗਏ। 125 ਸਾਲ ਦੀ ਉਮਰ ਦੇ ਵਿੱਚ ਆਪ ਜੀ ਦੇ ਪਿਤਾ ਜੀ ਦਾ ਨਾਂ ਸਤਿਕਾਰਯੋਗ ਬਾਬਾ ਸੁੱਗਾ ਜੀ ਅਤੇ ਮਾਤਾ ਜੀ ਦਾ ਨਾਂ ਮਾਤਾ ਗੌਰਾਂ ਜੀ, ਅਤੇ ਆਪ ਜੀ ਦੇ ਦਾਦੇ ਦਾ ਨਾਂ ਸੀ ਗੱਗੋ, ਜਿਨ੍ਹਾਂ ਦੇ ਨਾਂ 'ਤੇ ਇਹ ਪਿੰਡ ਵਸਿਆ, ਜਿਹਦਾ ਪਿੰਡ ਦਾ ਨਾਂ ਸੀ ਗੱਗੋ ਨੰਗਲ। ਗੱਗੋ ਨੰਗਲ ਬਾਬਾ ਬੁੱਢਾ ਸਾਹਿਬ ਜੀ ਦੇ ਪਿੰਡ ਦਾ ਪੁਰਾਤਨ ਨਾਂ ਆ ਅਤੇ ਅਜੋਕਾ ਨਾਂ ਉਹਦਾ ਕੱਥੂ ਨੰਗਲ ਪੈ ਗਿਆ ਆ, ਜੋ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰ ਹਟਵਾ ਆ। ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਆ ਝੁਬਾਲ ਦਾ ਅਤੇ ਰਮਦਾਸ ਦਾ, ਵੀ ਇਹਨਾਂ ਦੋਵਾਂ ਸਥਾਨਾਂ ਦਾ ਵੀ ਸਿੱਖ ਧਰਮ ਨਾਲ ਕੀ ਸੰਬੰਧ ਆ। ਬਾਬਾ ਬੁੱਢਾ ਸਾਹਿਬ ਜੀ ਦਾ, ਬਾਬਾ ਬੁੱਢਾ ਸਾਹਿਬ ਝੁਬਾਲ ਕਿਉਂ ਗਏ, ਰਮਦਾਸ ਕੀ ਹੋਇਆ, ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਸਿੱਖ ਇਤਿਹਾਸ ਦਾ ਇੱਕ ਪਹਿਲੂ ਆ। ਤੁਹਾਡੇ ਵਿੱਚੋਂ ਬਹੁਤ ਸਾਰੇ ਸਿੱਖ ਵੀਰ ਜਾਣਦੇ ਨੇ ਕਿ ਝੁਬਾਲ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਘਰ ਨਾਲ ਜੁੜ ਚੁੱਕੇ ਸਨ ਤਾਂ ਉਦੋਂ ਉੱਥੇ ਉਹਨਾਂ ਨੇ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਕੁਝ ਪਿੰਡ ਮਿਲੇ ਸਨ ਜਿਨ੍ਹਾਂ ਦਾ ਸਾਂਭ ਸੰਭਾਲ ਕਰ ਲਈ ਉੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲੱਗੀ ਸੀ। 12 ਸਾਲ ਦੀ ਉਮਰ ਦੇ ਵਿੱਚ ਬਾਬਾ ਬੁੱਢਾ ਸਾਹਿਬ ਜਿਹੜੇ ਰਮਦਾਸ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦਾ ਪਹਿਲਾ ਨਾਂ ਬੁੱਢਾ ਸੀ। ਮਾਪਿਆਂ ਨੇ ਬੁੱਢਾ ਰੱਖਿਆ ਸੀ ਕਿਉਂਕਿ ਪਿੱਛੇ ਸਾਡੇ ਇੱਦਾਂ ਦੇ ਹੀ ਨਾਂ ਰੱਖਦੇ ਸਨ ਸਾਡੇ ਵੱਡੇ ਵਡੇਰੇ। ਬੁੱਢਾ ਤੋਂ ਭਾਵ ਜਦੋਂ ਗੁਰੂ ਨਾਨਕ ਸਾਹਿਬ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ, ਇਤਿਹਾਸ ਦੇ ਪੰਨੇ ਇਹ ਦੱਸਦੇ ਕਿ ਉਹਨਾਂ ਸਮਿਆਂ 'ਚ ਇੱਕ ਹਮਲਾਵਰ ਆਏ ਜਿਨ੍ਹਾਂ ਨੇ ਕੱਚੀਆਂ ਪੱਕੀਆਂ ਫਸਲਾਂ ਜਿਹੜੀਆਂ ਸੀ ਤਹਿਸ ਨਹਿਸ ਕਰਤੀਆਂ। ਅਤੇ ਗੱਲ ਜਦੋਂ ਬਾਬੇ ਨਾਨਕ ਨਾਲ ਚੱਲੀ, ਗੁਰੂ ਨਾਨਕ ਸਾਹਿਬ ਨਾਲ ਰਮਦਾਸ ਵਿਖੇ ਚੱਲੀ, ਅਤੇ ਉਹਨਾਂ ਕਿਹਾ ਕਿ ਇਹ ਮੈਨੂੰ ਬੜਾ ਡਰ ਲੱਗਦਾ ਆ ਕਿ ਤੇ ਜਿਹੜੀ ਆ ਮੌਤ ਕਿਸੇ ਰੂਪ 'ਚ ਵੀ ਆ ਸਕਦੀ ਆ। ਕੁਝ ਇਤਿਹਾਸ ਦੇ ਪੰਨੇ ਇੰਝ ਦੱਸਦੇ ਨੇ। ਅਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਤੂੰ ਬੁੱਢਾ ਨਹੀਂ ਆ, ਤੂੰ ਤੇ ਬੁੱਢਿਆਂ ਵਾਲੀਆਂ ਗੱਲਾਂ ਕਰਦਾ, ਸਿਆਣੀਆਂ ਗੱਲਾਂ ਕਰਦਾ, ਤੂੰ ਬਹੁਤ ਹੀ ਵਿਦਵਾਨ ਆ। ਅਤੇ ਇਸ ਕਰਕੇ ਮੁੜ ਕੇ ਸਾਰੇ ਸਿੱਖ ਕੌਮ ਜਿਹੜੀ ਸੀ ਉਹਨਾਂ ਨੂੰ ਬਾਬਾ ਬੁੱਢਾ ਜੀ ਕਹਿ ਕੇ ਸੰਬੋਧਨ ਕਰਨ ਲੱਗ ਪਏ। ਆਪਾਂ ਦਰਸ਼ਨ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ। ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋ ਰਹੀਆਂ ਨੇ ਅੱਜ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਸਥਾਨ ਦੇ ਉੱਪਰ। ਫਿਰ ਬਾਬਾ ਬੁੱਢਾ ਸਾਹਿਬ ਜੀ ਦੀ 17 ਸਾਲ ਦੀ ਉਮਰ ਦੇ ਵਿੱਚ ਜਿਹੜੀ ਸੀ ਮੈਰਿਜ ਹੋ ਗਈ, ਵਿਆਹ ਹੋ ਗਿਆ, ਅਤੇ ਬਹੁਤ ਹੀ ਸਤਿਕਾਰਯੋਗ ਬੀਬੀ ਮੌਰਾਂ ਜੀ ਨਾਲ ਬਾਬਾ ਬੁੱਢਾ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ, ਵਿਆਹ ਹੋਇਆ। ਉਸ ਤੋਂ ਬਾਅਦ ਬਾਬਾ ਬੁੱਢਾ ਜੀ ਦੇ 4 ਸੁਪੁੱਤਰ ਹੋਏ ਅਤੇ ਉਹ ਪਰਿਵਾਰ ਜਿਹੜਾ ਚੱਲਦਾ ਰਿਹਾ। ਕਿਹਾ ਜਾਂਦਾ ਕਿ ਕੱਥੂ ਨੰਗਲ ਦੇ ਵਿੱਚ, ਕਿਉਂਕਿ ਜਿਹੜੇ ਇਹਨਾਂ ਦੇ ਦਾਦਾ ਜੀ ਸਨ ਗੱਗੋ ਜੀ, ਉਹਨਾਂ ਦੀਆਂ 2 ਪਤਨੀਆਂ ਸਨ, ਨਿਹਾਲੀ ਅਤੇ ਭਾਗਾਂ ਵਾਲੀ। ਅੱਜ ਵੀ ਕੱਥੂ ਨੰਗਲ 'ਚ 2 ਪਤਨੀਆਂ ਨੇ, ਇੱਕ ਪਤੀ ਦਾ ਨਾਂ ਨਿਹਾਲੀ ਅਤੇ ਦੂਜੀ ਦਾ ਭਾਗਾਂ ਵਾਲੀ ਕਿਹਾ ਜਾਂਦਾ ਹੈ। ਅੱਜ ਵੀ ਉਸ ਦੀਆਂ ਪਤਨੀਆਂ ਦੇ ਨਾਂ 'ਤੇ ਉਹ ਪਤੀਆਂ ਦਾ ਨਾਮ ਯਾਦ ਕੀਤਾ ਜਾਂਦਾ ਆ। ਉਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਫਿਰ ਗੁਰੂ ਘਰ ਨਾਲ ਜੁੜ ਗਏ। 6ਵੇਂ ਗੁਰੂ ਸਾਹਿਬਾਨਾਂ ਤੱਕ ਉਹਨਾਂ ਨੇ ਉਹਨਾਂ ਦੀਆਂ ਖੁਸ਼ੀਆਂ ਮਾਣੀਆਂ, ਭਾਵ ਨਾਲ ਰਹੇ, ਬਾਬਾ ਨਾਨਕ ਦੇ ਨਾਲ ਰਹੇ ਕਾਫੀ ਲੰਮਾ ਸਮਾਂ। ਜਦੋਂ ਅਕਬਰ ਨੇ ਚਿਤੌੜਗੜ੍ਹ ਦਾ ਕਿਲ੍ਹਾ ਜਿੱਤਿਆ ਤਾਂ ਫਿਰ ਉਸਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ 12 ਪਿੰਡ ਜਿਹੜੇ ਝੁਬਾਲ ਦੇ ਸੀ, ਕੁਝ ਲੋਕ ਵੀਰ 25 ਪਿੰਡ ਕਹਿੰਦੇ ਨੇ, ਲੇਕਿਨ 12 ਪਿੰਡ ਝੁਬਾਲ ਦੇ ਜਿਹੜੇ ਸੀ ਉਹ ਉਹਨਾਂ ਨੂੰ ਦੇ ਦਿੱਤੇ, ਜਿਨ੍ਹਾਂ ਦਾ ਰੱਖ ਰੁਖਾਅ ਜਿਹੜਾ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਾਈ ਗਈ ਝੁਬਾਲ ਵਿਖੇ, ਜਿੱਥੇ ਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਰ ਨਾਲ, ਗੁਰੂ ਸਾਹਿਬ ਜੀ ਦੇ ਵਰ ਦੇ ਨਾਲ, ਬਾਬਾ ਬੁੱਢਾ ਸਾਹਿਬ ਜੀ ਦੇ ਵਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਫਿਰ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਡਿਊਟੀ ਲਾਈ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਾਸਤਰ ਵਿਦਿਆ ਅਤੇ ਹੋਰ ਵਿਦਿਆ ਜਿਹੜੀ ਆ ਸਿਖਾਓ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਾਸਤਰ ਵਿਦਿਆ ਸਿਖਾਈ ਅਤੇ ਨਿਪੁੰਨ ਕੀਤਾ। ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਨੇ ਕਿ ਜਦੋਂ ਇਸ ਸਮੇਂ ਤੱਕ ਬਾਬਾ ਬੁੱਢਾ ਸਾਹਿਬ ਜੀ ਦੀ ਕਾਫੀ ਲੰਬੀ ਉਮਰ ਹੋ ਚੁੱਕੀ ਸੀ। ਬਾਬਾ ਬੁੱਢਾ ਸਾਹਿਬ ਖਡੂਰ ਸਾਹਿਬ, ਗੋਇੰਦਵਾਲ ਸਾਹਿਬ
ਅਤੇ ਸੰਨ ਸਾਹਿਬ ਦੀ ਘਟਨਾ ਜਿਹੜੀ ਆ ਸਿੱਖ ਇਤਿਹਾਸ ਵਿੱਚ ਕਾਫੀ ਜਾਣੀ ਪਹਿਚਾਣੀ ਜਾਂਦੀ ਆ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਉੱਥੇ ਕਮਰੇ 'ਚ ਵੜ ਗਏ ਅਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਬਾਸਰਕੇ ਵਿਖੇ ਸੰਧ ਲਾਈ ਸੀ ਅਤੇ ਉੱਥੇ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਇਸ ਤਰ੍ਹਾਂ ਕਰਕੇ ਤਕਰੀਬਨ 125 ਸਾਲ ਦੀ ਉਮਰ ਦੇ ਕਰੀਬ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਸਨ ਉਹ ਇਸ ਸੰਸਾਰ ਤੋਂ ਅਕਾਲ ਚਲਾਣਾ ਕਰ ਗਏ। ਉਸ ਪਵਿੱਤਰ ਜਗ੍ਹਾ ਰਮਦਾਸ, ਜਿੱਥੇ ਅੱਜ ਵੀ ਬੜੇ ਚਾਵਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੂੰ ਯਾਦ ਕੀਤਾ ਜਾਂਦਾ ਆ, ਰਮਦਾਸ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦਾ ਦਾਹ ਸੰਸਕਾਰ ਕੀਤਾ, ਭਾਵ ਅਗਨੀ ਭੇਟ ਕੀਤੀ। ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ 6 ਗੁਰੂ ਸਾਹਿਬਾਨਾਂ ਦੇ ਨਾਲ ਸੰਗ ਮਾਨਦੇ ਰਹੇ ਅਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਸਿੱਖ ਕੌਮ ਦੇ ਵਿੱਚ। ਅੱਜ ਅਸੀਂ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਦੇ ਇਸ ਪਵਿੱਤਰ ਦਿਹਾੜੇ 'ਤੇ ਲੱਖ ਲੱਖ ਪ੍ਰਣਾਮ ਕਰਦੇ ਹਾਂ ਕਿ ਯਾਦ ਕਰਦੇ ਹਾਂ ਕਿ ਸਭ ਤੋਂ ਵਧੀਆ ਗੱਲ ਇਹ ਹੈ ਕਿ ਸਿੱਖ ਕੌਮ ਦੇ ਵਿੱਚ ਕਿ ਅੱਜ ਹਰੇਕ ਸਿੱਖ ਜਿਹੜਾ ਵਾ ਜਦੋਂ ਨਤਮਸਤਕ ਹੁੰਦਾ ਅਤੇ ਨਾਲ ਦੇ ਨਾਲ ਇਤਿਹਾਸ ਦੇ ਪੰਨਿਆਂ ਨੂੰ ਵੀ ਫੋਲਣ ਦੀ ਕੋਸ਼ਿਸ਼ ਕਰਦਾ ਕਿ ਆਖਰਕਾਰ ਇਹਦਾ ਇਤਿਹਾਸ ਕੀ ਸੀ, ਕਿੱਥੋਂ ਗੱਲ ਚੱਲੀ ਅਤੇ ਕਿੱਥੇ ਜਾ ਕੇ ਸਮਾਪਤ ਹੁੰਦੀ ਹੈ। ਬਹੁਤ ਹੀ ਵਧੀਆ ਗੱਲ ਹੈ ਸਿੱਖ ਕੌਮ ਦੇ ਲਈ। ਮੈਂ ਸਮਝਦਾ ਕਿ ਸਿੱਖਾਂ ਨੂੰ ਇਸੇ ਤਰ੍ਹਾਂ ਹੀ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਆ, ਤਾਂ ਹੀ ਅਸੀਂ ਜਿਹੜਾ ਵਾ ਬੁਲੰਦੀਆਂ ਤੱਕ ਪਹੁੰਚ ਸਕਦੇ ਹਾਂ। ਗੁਰੂ ਦੇ ਪਿਆਰੇ ਦੇਗਾਂ ਵਰਤਾ ਰਹੇ ਨੇ ਕੜਾਹ ਪ੍ਰਸ਼ਾਦੀਆਂ। ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ, ਅਨਮੋਲਜੀਤ ਸਿੰਘ ਅੱਜ ਖਾਲਸੀਆਂ ਦਸਤਾਰਾਂ ਸਜਾ ਕੇ ਆਇਆ ਹੋਇਆ ਆ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਮੇਲੇ ਕਰਨ। ਅੱਜ ਇੱਥੇ ਆ ਕੇ ਮਨ ਬੜਾ ਖੁਸ਼ ਹੋਇਆ ਅਤੇ ਇੱਥੇ ਸਭ ਤੋਂ ਵਧੀਆ ਗੱਲ ਹੋਈ ਕਿ ਬਹੁਤ ਸਾਰਿਆਂ ਵੀਰਾਂ ਨੇ ਖਾਲਸਾਈਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਅਤੇ ਨਿੱਕੇ ਨਿੱਕੇ ਬੱਚਿਆਂ ਨੇ ਬਹੁਤ ਗਿਣਤੀ ਵਿੱਚ ਸਿਰਾਂ 'ਤੇ ਦਸਤਾਰਾਂ ਜਿਹੜੀਆਂ ਨੇ ਸਜਾਉਣੀਆਂ ਸ਼ੁਰੂ ਕੀਤੀਆਂ ਨੇ। ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ 'ਤੇ ਅਪਲੋਡ ਨੇ। ਸੰਗਤਾਂ ਜਿਹੜੀਆਂ ਨੇ ਗੁਰਦੁਆਰਾ ਸਾਹਿਬ 'ਚ ਬੈਠ ਕੇ ਪ੍ਰਸ਼ਾਦੇ ਛਕ ਰਹੀਆਂ ਨੇ। ਇਹ ਸਿੱਖ ਧਰਮ ਵਿੱਚ ਬਹੁਤ ਹੀ ਵਡਮੁੱਲਾ ਗੁਣ ਆ। ਬਾਬਾ ਨਾਨਕ ਕਿਰਪਾ ਕਰਨੀ ਇਸੇ ਤਰ੍ਹਾਂ ਕੌਮ ਦੇ ਵਿੱਚ ਆਪਸੀ ਪਿਆਰ ਇਤਫਾਕ ਬਣਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।